ਧੰਨ ਵਾਹਿਗੁਰੂ ਜੀ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਰਾਗ ਬਿਹਾਗੜਾ ਮਹਲਾ ਨੌਵਾਂ। ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚਹਾਰੇ। ਅਰ ਬਹੁ ਲੋਕ ਸਿਆਣੇ, ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚਹਾਰੇ। ਅਰ ਬਹੁ ਲੋਕ ਸਿਆਣੇ ਰਹਾਉ। ਛਿਨ ਮਹਿ ਰਾਉ ਰੰਕ ਕਉ ਕਰਈ, ਰਾਉ ਰੰਕ ਕਰ ਡਾਰੇ। ਰੀਤੇ ਭਰੇ ਭਰੇ ਸਖਨਾਵੈ, ਯਹ ਤਾਕੂ ਬਿਵਹਾਰੇ। ਆਪਣੀ ਮਾਇਆ ਆਪ ਪਸਾਰੀ, ਆਪਹਿ ਦੇਖਨਹਾਰਾ। ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹਿ ਨਿਆਰਾ। ਅਗਨਤ ਅਪਾਰ ਅਲਖ ਨਿਰੰਜਨ, ਜਿਹੇ ਸਭ ਜਗ ਪਰਮਾਇਓ। ਸਗਲ ਭਰਮ ਤਾਜ ਨਾਨਕ ਪ੍ਰਾਣੀ, ਚਰਨ ਤਾਹੇ ਚਿਤ ਲਾਇਓ। ਅਗਨਤ ਅਪਾਰ ਅਲਖ ਨਿਰੰਜਨ, ਜਿਹੇ ਸਭ ਜਗ ਪਰਮਾਇਓ। ਸਗਲ ਭਰਮ ਤਾਜ ਨਾਨਕ ਪ੍ਰਾਣੀ, ਚਰਨ ਤਾਹੇ ਚਿਤ ਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਦੀ ਮੁਬਾਰਕ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਬੜੇ ਪ੍ਰੇਮ ਇਕਾਗਰਤਾ ਸਹਿਤ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਸ਼ਰਵਣ ਕੀਤੇ ਨੇ। ਉਪਰੰਤ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ 537 ਉੱਪਰ ਦਰਜ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਦੇ ਰੂਪ ਵਿੱਚ ਸ਼ਰਵਣ ਕੀਤਾ ਹੈ। ਇਹ ਪਾਵਨ ਸ਼ਬਦ ਜਿਸ ਦਾ ਆਰੰਭ ਸੰਖੇਪ ਮੰਗਲਾਚਰਨ ਤੋਂ ਹੁੰਦਾ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਉਹ ਪਰਮੇਸ਼ਰ ਪ੍ਰਭੂ ਇੱਕ ਸੱਤਾ ਹੈ ਜੋ ਸਮੁੱਚੀ ਕਾਇਨਾਤ ਦੇ ਵਿੱਚ ਵਿਆਪਕ ਹੈ।
ਜਿਸ ਦੀ ਜੋ ਐਕਸਪਲੇਨੇਸ਼ਨ, ਜੋ ਵਿਆਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਵਿੱਚ ਥਾਂ ਪੁਰ ਥਾਂ ਦਰਜ ਹੈ, ਸੁਭਾਏਮਾਨ ਹੈ ਕਿ ਇੱਕ ਨਿਰਗੁਣ ਸਰੂਪ, ਸਰਗੁਣ ਸਰੂਪ, ਨਿਰਗੁਣ ਤੇ ਸਰਗੁਣ ਥੀਆ। ਸਤਿਗੁਰੂ ਨੇ ਇਵੇਂ ਵੱਖ-ਵੱਖ ਰੂਪਾਂ ਦੇ ਵਿੱਚ ਉਸ ਦੀ ਵਿਆਖਿਆ ਜਿਹੜੀ ਹੈ ਉਹ ਬਾਣੀ ਦੇ ਵਿੱਚ ਕੀਤੀ ਹੈ। ਇੱਕ ਸ਼ਬਦ ਹੋਰ ਵੀ ਸਤਿਗੁਰੂ ਨੇ ਵਰਤਿਆ, ਉਹਨੂੰ ਹਜ਼ੂਰ ਨੇ ਕਿਹਾ ਸ਼ੁੰਨ ਸਮਾਧੀ ਆਪ, ਜਿਸ ਦੇ ਅਰਥ ਕਰਦਿਆਂ ਹੋਇਆਂ ਟੀਕਾਕਾਰਾਂ ਨੇ ਕਿਹਾ ਅਫੁਰ ਅਵਸਥਾ, ਜਿਸ ਨੂੰ ਕਿਸੇ ਵੀ ਲਫ਼ਜ਼ ਨਾਲ ਐਕਸਪਲੇਨ ਨਹੀਂ ਕੀਤਾ ਜਾ ਸਕਦਾ, ਵਿਆਖਿਆ ਨਹੀਂ ਦਿੱਤੀ ਜਾ ਸਕਦੀ ਕਿ ਉਹ ਕੀ ਹੈ। ਉਹ ਚੀਜ਼ ਜਦੋਂ ਆਪਣਾ ਪਸਾਰਾ ਪਸਾਰਦੀ ਹੈ ਤਾਂ ਜ਼ਹੂਰ ਵਿੱਚ ਆਉਂਦੀ ਹੈ। ਨਿਰਗੁਣ ਉਹ ਸੱਤਾ ਹਰ ਜਗ੍ਹਾ ਦੇ ਉੱਤੇ ਵਿਆਪਕ ਹੈ, ਪਰ ਉਸ ਦਾ ਕੋਈ ਰੂਪ, ਰੰਗ, ਆਕਾਰ ਇਤਿਆਦਿਕ ਨਹੀਂ ਹੈ। ਉਹ ਇੱਕ ਸਿਰਜਕ ਸ਼ਕਤੀ ਹੈ। ਸਰਗੁਣ ਤੋਂ ਭਾਵ ਹੈ ਕਿ ਜਿਹੜੀ ਚੀਜ਼ ਵਜੂਦ ਵਿੱਚ ਆ ਜਾਂਦੀ ਹੈ, ਉਹਦੇ ਰੂਪ, ਰੰਗ, ਆਕਾਰ, ਸਟਰਕਚਰ ਕਈ ਕੁਝ ਬਣ ਜਾਂਦਾ ਹੈ, ਉਹ ਸਾਰਾ ਸਰਗੁਣ ਪਸਾਰਾ ਹੈ। ਇਸ ਦੀ ਵਿਆਖਿਆ ਗੁਰੂ ਨਾਨਕ ਮਹਾਰਾਜ ਜੀ ਨੇ ਇਸ ਸ਼ਬਦ ਵਿੱਚ ਕੀਤੀ। ਆਪਾਂ ਰੋਜ਼ ਪੜ੍ਹਦੇ ਹਾਂ ਸੋਹਿਲੇ ਦੇ ਵਿੱਚ, ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਸ ਮੂਰਤ ਨਨਾ ਏਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ, ਗੰਧ ਭਿਨ ਸਹਸ ਤਵ ਗੰਧ ਇਵ ਚਲਤ ਮੋਹੀ। ਤੇ ਅਖੀਰ ਤੇ ਸਤਿਗੁਰੂ ਕਹਿੰਦੇ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਐਸਾ ਨਹੀਂ ਵੀ ਉਹ ਇਕੱਲਾ ਜੋ ਤੁਹਾਨੂੰ ਜਾਂ ਸਾਨੂੰ ਜਾਂ ਆਪਾਂ ਨੂੰ ਦਿਸ ਰਿਹਾ ਹੈ, ਰੂਪ ਹੈ, ਰੰਗ ਹੈ, ਆਕਾਰ ਹੈ, ਉਹੀ ਉਹਦਾ ਰੂਪ ਹੈ। ਜਿੱਥੇ ਖਲਾ ਹੈ ਉੱਥੇ ਵੀ ਉਹ ਆਪ ਮੌਜੂਦ ਹੈ, ਜਿੱਥੇ ਰੂਪ, ਰੰਗ, ਆਕਾਰ ਕੋਈ ਨਹੀਂ, ਅਣਦਿਸਦੀ ਕੋਈ ਵਸਤ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਕ ਸ਼ਬਦ ਇਹਦੇ ਨਾਲ ਹੋਰ ਵਰਤਦੇ ਨੇ, ਸਤ ਗੁਰ ਪ੍ਰਸਾਦ। ਸਤ ਦਾ ਭਾਵ ਹੈ ਉਹ ਸਦੀਵ ਹੈ। ਰੂਪ, ਰੰਗ ਤੇ ਆਕਾਰ ਵਕਤ ਪੈਦਾ ਹੁੰਦੇ ਨੇ, ਚੱਲਦੇ ਨੇ ਤੇ ਖਤਮ ਹੋ ਜਾਂਦੇ ਨੇ। ਇਹ ਕੰਟੀਨਿਊ ਸਿਸਟਮ ਜਿਹੜਾ ਹੈ ਲਗਾਤਾਰ ਨੇਚਰ ਦਾ ਚੱਲਦਾ ਰਹਿੰਦਾ ਹੈ। ਪਰ ਮਹਾਰਾਜ ਕਹਿੰਦੇ ਨੇ ਉਹ ਜਿਹੜੀ ਸੱਤਾ ਹੈ ਉਹ ਸਦੀਵ ਕਾਲ, ਸਿਰਜਕ ਸੱਤਾ ਤੇ ਚਾਲਕ ਸੱਤਾ ਸਦੀਵ ਕਾਲ ਕਾਇਮ ਰਹਿੰਦੀ ਹੈ, ਉਹ ਨਹੀਂ ਮਰਦੀ, ਉਹਦੀ ਹੋਂਦ ਨਹੀਂ ਮਿਟਦੀ, ਉਹਦਾ ਵਜੂਦ ਖਤਮ ਨਹੀਂ ਹੁੰਦਾ। ਇਸ ਕਰਕੇ ਉਹ ਸੱਤ ਹੈ। ਗੁਰ ਤੋਂ ਭਾਵ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਨੁਭਵ ਗਿਆਨ, ਗੁਰੂ ਦੀ ਬਖਸ਼ਿਸ਼ ਦੇ ਨਾਲ। ਉਹ ਪ੍ਰਸਾਦ ਦਾ ਭਾਵ ਹੈ ਬਖਸ਼ਿਸ਼, ਰਹਿਮਤ, ਕਿਰਪਾ ਦੇ ਨਾਲ ਉਸ ਵਾਹਿਗੁਰੂ ਦੇ ਪਰਮੇਸ਼ਰ ਦੇ ਹੋਣ ਦਾ ਅਹਿਸਾਸ ਜੀਵ ਦੇ ਚਿੰਤਨ ਦਾ ਹਿੱਸਾ ਬਣ ਜਾਂਦਾ ਹੈ। ਸ਼ਬਦ ਦਾ ਸਿਰਲੇਖ ਹੈ ਰਾਗ ਬਿਹਾਗੜਾ ਮਹੱਲਾ ਨੌਵਾਂ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਹੈ, ਰਾਗ ਬਿਹਾਗੜਾ ਹੈ, ਔਰ ਇਸ ਰਾਗ ਦੇ ਵਿੱਚ ਇੱਕੋ ਹੀ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਰਜ ਹੈ। ਇਸ ਤੋਂ ਅੱਗੇ ਸ਼ਬਦ ਦੀ ਆਰੰਭਤਾ ਹੈ। ਸ਼ਬਦ ਨੂੰ ਜਦੋਂ ਅਸੀਂ ਸਮਝਣਾ ਹੋਵੇ ਤਾਂ ਉਸ ਨੂੰ ਸਮੁੱਚੇ ਰੂਪ ਵਿੱਚ ਆਪਾਂ ਪਹਿਲੋਂ ਪੜ੍ਹਦੇ ਹਾਂ ਕਿ ਸਤਿਗੁਰੂ ਮਹਾਰਾਜ ਨੇ ਕਿਸ ਵਿਸ਼ੇ ਦੇ ਉੱਤੇ, ਕਿਸ ਟੌਪਿਕ 'ਤੇ, ਕਿਸ ਨੁਕਤੇ 'ਤੇ, ਕਿਸ ਖਿਆਲ ਦੇ ਉੱਤੇ ਆਪਣੇ ਮੁਬਾਰਕ ਸ਼ਬਦ ਦੀ ਰਚਨਾ ਕੀਤੀ ਹੈ। ਅਤੇ ਉਸ ਸ਼ਬਦ ਦੇ ਤੱਤ ਭਾਵ ਨੂੰ ਸਤਿਗੁਰੂ ਮਹਾਰਾਜ ਨੇ ਰਹਾਉ ਦੇ ਬੰਦ ਵਿੱਚ ਕਿੰਨਾਂ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਸਤਿਗੁਰੂ ਰਹਾਉ ਦੇ ਬੰਦ ਵਿੱਚ ਆਖਦੇ ਨੇ, ਹਰ ਕੀ ਗਤ ਨਹਿ ਕੋਊ ਜਾਣੈ। ਗਤ ਦੇ ਕਈ ਅਰਥ ਗੁਰਬਾਣੀ ਦੇ ਵਿੱਚ ਨੇ। ਗਤ ਤੋਂ ਭਾਵ ਅਵਸਥਾ ਵੀ ਹੈ, ਗਤ ਤੋਂ ਭਾਵ ਮੁਕਤ ਹੋਣਾ ਵੀ ਹੈ। ਸਤਿਗੁਰੂ ਮਹਾਰਾਜ ਨੇ ਇੱਥੇ ਗਤ ਤੋਂ ਭਾਵ ਹੈ ਹਾਲਤ, ਪਰਮੇਸ਼ਰ ਵਾਹਿਗੁਰੂ ਦੇ ਵਜੂਦ ਨੂੰ ਬਿਆਨ ਕਰਨਾ। ਅਤੇ ਇਸ ਦਾ ਭਾਵ ਇਹ ਵੀ ਹੈ, ਗਤ ਦਾ ਭਾਵ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਦਾ ਪਸਾਰਾ ਜਿਹੜਾ ਹੈ, ਉਹਦਾ ਹੁਕਮ ਕੀ ਕਰਵਟ ਲੈਂਦਾ ਹੈ, ਉਸ ਨੂੰ ਤੁਸੀਂ ਦਾਅਵੇ ਨਾਲ ਬਿਆਨ ਨਹੀਂ ਕਰ ਸਕਦੇ। ਉਹਦੇ ਹੁਕਮ ਦੀ ਖੇਡ ਇੰਨੀ ਵੱਡੀ ਹੈ,
ਸਤਿਗੁਰੂ ਮਹਾਰਾਜ ਆਖਦੇ ਨੇ ਉਹਦੇ ਹੁਕਮ ਦੇ ਵਿੱਚ ਕਿੰਨੀ ਉਥਲ ਪੁਥਲ ਹੋ ਸਕਦੀ ਹੈ, ਉਹਦੇ ਹੁਕਮ ਦੇ ਵਿੱਚ ਕਿੰਨੇ ਤਰ੍ਹਾਂ ਦੇ ਆਕਾਰ ਸਿਰਜੇ ਜਾਂਦੇ ਨੇ, ਬਣਦੇ ਨੇ। ਜੇ ਇਸ ਨੁਕਤੇ ਨੂੰ, ਖਿਆਲ ਨੂੰ ਸਮਝਣਾ ਹੋਵੇ ਤੇ ਆਪਾਂ ਜੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ ਤਾਂ ਇਹ ਪੌੜੀ ਸਾਡੇ ਸਾਹਮਣੇ ਆਉਂਦੀ ਹੈ। ਹੁਕਮੀ ਹੋਵਨ ਆਕਾਰ। ਆਕਾਰ ਦਾ ਮਤਲਬ ਸਟਰਕਚਰ, ਸ਼ੇਪ, ਸ਼ਕਲ 'ਚ ਜਿਹੜੀ ਚੀਜ਼ ਆ ਆਪਾਂ ਨੂੰ ਕਹਿੰਦੇ ਆਕਾਰ ਵਿੱਚ ਬੱਝਵੀਂ ਹੈ। ਹੁਕਮੀ ਹੋਵਨ ਆਕਾਰ, ਅੱਗੇ ਹੈ ਹੁਕਮ ਨਾ ਕਹਿਆ ਜਾਏ। ਤੁਹਾਨੂੰ ਇੰਨਾ ਅੰਡਰਸਟੈਂਡ ਤਾਂ ਹੋ ਜਾਂਦਾ ਹੈ ਕਿ ਉਹਦੇ ਹੁਕਮ ਦਾ ਪਸਾਰਾ ਹੈ, ਹੁਕਮ ਲਾਅ ਆਫ ਨੇਚਰ ਹੈ। ਪਰ ਜੇ ਕੋਈ ਆਖੇ ਨਾ ਵੀ ਤੁਸੀਂ ਹੁਕਮ ਨੂੰ ਐਕਸਪਲੇਨ ਕਰਕੇ, ਸ਼ਬਦਾਂ ਵਿੱਚ ਬਿਆਨ ਕਰਕੇ ਦੱਸੋ, ਕਹਿਆ ਨਾ ਜਾਈ ਦਾ ਮਤਲਬ ਹੈ ਉਹ ਐਕਸਪਲੇਨ ਨਹੀਂ ਹੋ ਸਕਦਾ। ਉਸ ਨੂੰ ਤੁਸੀਂ ਵਿਆਖਿਆ ਕਰਕੇ ਨਹੀਂ ਸਮਝਾ ਸਕਦੇ ਕਿ ਉਹਦਾ ਹੁਕਮ ਕਿਵੇਂ ਕਿਵੇਂ, ਕਿਸ ਕਿਸ ਰੂਪ ਵਿੱਚ, ਕਿੱਥੇ ਕਿੱਥੇ ਕੀ ਕੀ ਕਾਰਜ ਕਰ ਰਿਹਾ ਤੇ ਕੀ ਕੁਝ ਵਾਪਰੇਗਾ। ਤੁਸੀਂ ਜੇ ਕਥਨ ਦਾ ਯਤਨ ਵੀ ਕਰੋਗੇ ਤੇ ਬੜੇ ਥੋੜ੍ਹੇ ਜਿਹੇ ਰੂਪ ਵਿੱਚ ਕਿਸੇ ਚੀਜ਼ ਨੂੰ ਲੈ ਕੇ, ਕਿਸੇ ਚੀਜ਼ ਨੂੰ ਬੇਸ ਬਣਾ ਕੇ ਤੁਸੀਂ ਗੱਲ। ਇਸੇ ਕਰਕੇ ਸੰਸਾਰ ਦੇ ਵਿੱਚ ਤੁਸੀਂ ਵੇਖੋ ਅਨੇਕ ਤਰ੍ਹਾਂ ਦੀਆਂ ਥਿਊਰੀਆਂ ਨੇ ਜਨਮ ਲਿਆ। ਇੱਕ ਥਿਊਰੀ ਦੀ ਇੱਕ ਕਾਢ ਨੇ ਦੂਜੀ ਨੂੰ ਕੱਟਿਆ। ਹਰ ਇੱਕ ਬੰਦੇ ਨੇ ਆਪਣੀ ਖੋਜ ਦੀ ਇੱਕ ਕੋਣ ਮੱਲੀ ਆ ਵੀ ਉਹ ਕਿਹੜੇ ਪੱਖੋਂ, ਕਿਹੜੇ ਪਾਸੇ ਤੋਂ ਕਿਹੜੀ ਚੀਜ਼ ਨੂੰ ਐਕਸਪਲੇਨ ਕਰੇ, ਬਿਆਨ ਕਰੇ, ਸਮਝਾਵੇ। ਪਰ ਕੋਈ ਵੀ ਥਿਊਰੀ ਆਪਣੇ ਆਪ ਵਿੱਚ ਇੰਨੀ ਮੁਕੰਮਲ ਨਹੀਂ ਹੈ ਜਿਸ ਦੇ ਰਾਹੀਂ ਇਹ ਸਮੁੱਚੇ ਪਸਾਰੇ ਨੂੰ ਸਮਝਿਆ ਜਾ ਸਕੇ। ਸਾਹਿਬ ਤਾਂ ਇੱਥੋਂ ਤੱਕ ਬਾਣੀ ਵਿੱਚ ਕਹਿ ਦਿੰਦੇ ਨੇ, ਜਿਹੜਾ ਬੰਦਾ ਇਹ ਸੋਚਦਾ ਹੈ ਨਾ ਵੀ ਕਿਸੇ ਧਰਮ ਗ੍ਰੰਥ ਵਿੱਚ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਜੂਦ ਨੂੰ ਤੇ ਉਹਦੇ ਹੁਕਮ ਦੀ ਸੱਤਾ ਨੂੰ ਮੁਕੰਮਲ ਵਿਆਖਿਆ ਦੇ ਕੇ ਸਮਝਾਇਆ ਗਿਆ ਹੋਏਗਾ, ਉਹਨੂੰ ਵੀ ਕੱਖ ਨਹੀਂ ਪਤਾ। ਉਹ ਵੀ ਗਲਤ ਸੋਚਦਾ ਹੈ। ਆਪ ਜਿਸ ਵੇਲੇ ਹਜ਼ੂਰ ਦੀ ਮੁਬਾਰਕ ਬਾਣੀ ਨੂੰ ਪੜ੍ਹੋ, ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਨੂੰ ਪੜ੍ਹੋ, ਉੱਥੇ ਵੀ ਸਤਿਗੁਰੂ ਮਹਾਰਾਜ ਕਹਿ ਦਿੰਦੇ ਨੇ, ਜੇ ਹਉ ਜਾਣਾ ਆਖਾਂ ਨਹੀਂ। ਵੇਖੋ ਕਿੱਡੀ ਵੱਡੀ ਸਤਿਗੁਰੂ ਮਹਾਰਾਜ ਨੇ ਇਹਦੇ ਵਿੱਚ ਨਾ ਸਮਝਾਉਣ ਦਾ ਨੁਕਤਾ। ਕਹਿੰਦੇ ਜੇ ਮੈਂ ਜਾਣ ਵੀ ਲਵਾਂ ਨਾ, ਮੰਨ ਲਓ ਇੱਕ ਪਾਲੇ, ਜੇ ਮੈਂ ਸਮਝ ਵੀ ਲਵਾਂ ਸਾਰੀ ਗੱਲ, ਅੰਡਰਸਟੈਂਡ ਕਰ ਲਵਾਂ ਵੀ ਸਭ ਕੁਝ ਕੀ ਹੈ, ਉਹਨੂੰ ਕਿਹੜੇ ਸ਼ਬਦਾਂ ਰਾਹੀਂ ਕਹਾਂ। ਕੋਈ ਭਾਸ਼ਾ ਤੁਹਾਡੀ ਉਸ ਸਮਝ ਨੂੰ ਸ਼ਬਦਾਂ ਵਿੱਚ ਬੰਨ੍ਹ ਕੇ ਜਿਹੜੀ ਬਿਆਨ ਕਰਨ ਦੀ ਜਿਹੜੀ ਤਾਕਤ ਹੈ ਉਹ ਹੈ ਤੁਹਾਡੇ 'ਚ। ਤੁਹਾਡੇ ਕੋਲ ਐਸੀ ਬੋਲੀ ਦਾ ਐਡਾ ਉੱਚਾ ਮਿਆਰ ਹੈ। ਪਹਿਲੀ ਤਾਂ ਗੱਲ ਸਤਿਗੁਰੂ ਨੇ ਆਖਿਆ ਵੀ ਸਾਡੀ ਸਮਝਣ ਦਾ ਦਾਇਰਾ ਜਿਹੜਾ ਹੈ ਨਾ, ਸਾਡੇ ਸਮਝ ਦਾ ਦਾਇਰਾ ਉਹ ਵੀ ਬੜਾ ਲਿਮਟਡ ਹੈ, ਇੱਕ ਖੇਤਰ ਤੱਕ ਹੈ। ਅਸੀਂ ਇਸੇ ਕਰਕੇ ਇੱਕ ਦੂਜੇ ਦੀ ਸਮਝ ਦੀਆਂ ਕੁਝ ਗੱਲਾਂ ਤੋਂ ਪ੍ਰਭਾਵਿਤ ਹੁੰਦੇ ਰਹਿੰਦੇ ਹਾਂ। ਤੇ ਦੂਜੀ ਚੀਜ਼ ਇਹ ਹੈ ਵੀ ਜੇ ਮੰਨ ਲਓ ਕੋਈ ਸਮਝ ਲਵੇ ਕਿਸੇ ਗੱਲ ਨੂੰ, ਤੇ ਕੋਈ ਜ਼ਰੂਰੀ ਨਹੀਂ ਵੀ ਉਹਨੂੰ ਹੂ ਬਹੂ ਉਸੇ ਤਰ੍ਹਾਂ ਉਹ ਬਿਆਨ ਵੀ ਕਰ ਸਕੇ, ਉਹਨੂੰ ਕਹਿ ਵੀ ਸਕੇ ਆਪਣੇ ਸ਼ਬਦਾਂ ਵਿੱਚ। ਨਹੀਂ ਕਥਿਆ ਜਾ ਸਕਦਾ, ਕਿਉਂਕਿ ਸਾਡੀ ਜਿਹੜੀ ਲੈਂਗੁਏਜ ਹੈ, ਸਾਡਾ ਜਿਹੜਾ ਸ਼ਬਦ ਹੈ, ਸਾਡੀ ਜਿਹੜੀ ਭਾਸ਼ਾ ਹੈ, ਜਿਹੜੀ ਬੋਲੀ ਹੈ, ਉਹਦੀ ਇੱਕ ਲਿਮਟ ਹੈ। ਤੁਸੀਂ ਉਦੋਂ ਅੱਗੇ ਜਾ ਕੇ, ਮੈਂ ਕਈ ਵਾਰ ਸੋਚਦਾ, ਤੁਸੀਂ ਵੇਖੋ ਬੰਦਾ ਬਹੁਤ ਜ਼ਿਆਦਾ ਪੀੜ ਮਹਿਸੂਸ ਕਰ ਰਿਹਾ ਹੋਵੇ, ਸਾਨੂੰ ਕਿਸੇ ਸਰੀਰ ਦੇ ਕਿਸੇ ਹਿੱਸੇ 'ਚ ਪੇਨ ਹੋ ਰਹੀ ਹੋਵੇ, ਦਰਦ ਹੋ ਰਿਹਾ ਹੋਵੇ, ਤੁਸੀਂ ਉਹਨੂੰ ਕੋਈ ਦੂਸਰਾ ਪੁੱਛੇ ਕਿੰਨੀ ਕੁ ਪੀੜ ਹੁੰਦੀ ਹੈ, ਤੁਸੀਂ ਉਹਨੂੰ ਕਿਵੇਂ ਐਕਸਪਲੇਨ ਕਰਦੇ ਹੋ? ਮਾਮੂਲੀ ਜਿਹੀ ਹੈ, ਥੋੜ੍ਹੀ ਹੈ, ਬਹੁਤੀ ਹੈ, ਬਹੁਤ ਜ਼ਿਆਦਾ ਹੈ। ਤੁਹਾਡੇ ਕੋਲ 4-5 ਸ਼ਬਦ ਹੀ ਨੇ। ਤੁਹਾਡੀ ਹਾਲਤ ਤੋਂ ਅੰਦਾਜ਼ਾ ਲੱਗੇਗਾ, ਜਿਹੜਾ ਇੰਪ੍ਰੈਸ਼ਨ ਹੈ ਤੁਹਾਡਾ, ਉਹਦੇ ਤੋਂ ਪਤਾ ਲੱਗੇਗਾ ਵੀ ਇਹਨੂੰ ਬਹੁਤ ਜ਼ਿਆਦਾ ਤਕਲੀਫ ਹੈ, ਵੀ ਇਹਦਾ ਕੋਈ ਇਲਾਜ ਕਰਨਾ ਚਾਹੀਦਾ ਹੈ। ਪਰ ਪੀੜ ਨੂੰ ਨਾਪਣ ਦਾ ਕੀ ਯੰਤਰ ਹੈ ਸਾਡੇ ਕੋਲ? ਉਸ ਦਰਦ ਨੂੰ ਹੂ ਬਹੂ ਸ਼ਬਦਾਂ ਵਿੱਚ ਕਹਿਣ ਦਾ ਸਾਡੇ ਕੋਲ ਕਿਹੜਾ ਸ਼ਬਦ ਹੈ ਜਿਹੜਾ ਉਸ ਪੀੜ ਦੇ ਅਨੁਭਵ ਨੂੰ, ਉਹਦੀ ਫੀਲਿੰਗ ਨੂੰ ਹੂ ਬਹੂ ਤੁਹਾਨੂੰ ਕਹਿ ਦੇਵੇ ਕੋਈ ਸ਼ਬਦ ਰਾਹੀਂ, ਤੇ ਤੁਸੀਂ ਸਮਝ ਜਾਓ ਵੀ ਆਹ ਲੈਵਲ ਹੈ ਪੀੜ ਦਾ, ਆਹ ਲੈਵਲ ਹੈ ਦਰਦ ਦਾ? ਹੈ ਹੀ ਨਹੀਂ। ਇਸੇ ਤਰ੍ਹਾਂ ਆਨੰਦ ਹੈ, ਖੁਸ਼ੀ ਹੈ। ਤੁਸੀਂ ਇੱਕ ਆਨੰਦ ਨੂੰ ਅਨੁਭਵ ਕਰਦੇ ਹੋ, ਤੁਹਾਡੇ ਚਿਹਰੇ ਦਾ ਇੰਪ੍ਰੈਸ਼ਨ ਦੱਸਦਾ ਹੈ ਵੀ ਬੰਦਾ ਖੁਸ਼ੀ ਵਿੱਚ, ਆਨੰਦ ਵਿੱਚ ਹੈ। ਕਈ ਵਾਰ ਤਾਂ ਸਾਡੀਆਂ ਅੱਖਾਂ ਛਲਕ ਆਉਂਦੀਆਂ ਨੇ, ਸਾਡੀ ਫੀਲਿੰਗ ਜਿਹੜੀ ਆ ਉਹ ਸਾਡੇ ਅੰਦਰ ਸਮਾਉਂਦੀ ਨਹੀਂ, ਉਹ ਕਿਸੇ ਨਾ ਕਿਸੇ ਰੂਪ ਵਿੱਚ ਰਿਲੀਜ਼ ਹੁੰਦੀ ਹੈ, ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਹੈ, ਬੰਦਾ ਖੁਸ਼ੀ ਵਿੱਚ ਵੀ ਰੋ ਪੈਂਦਾ। ਇਸ ਤਰ੍ਹਾਂ ਹੀ ਹੁੰਦਾ ਹੈ ਨਾ। ਉਹਨੂੰ ਬਿਆਨ ਕਰਨ ਦੀ ਜਿਹੜੀ, ਹਾਲਾਂਕਿ ਉਹ ਇੱਕ ਬੜੇ ਲਿਮਟਡ ਦਾਇਰੇ ਦਾ ਆਨੰਦ ਜਾਂ ਖੁਸ਼ੀ ਦੀ ਖਬਰ ਹੁੰਦੀ ਹੈ, ਜਿਹੜੀ ਫੀਲਿੰਗ ਸਾਡੇ ਅੰਦਰ ਸਮਾ ਨਹੀਂ ਪਾਉਂਦੀ, ਤੇ ਉਹਨੂੰ
ਬੋਡੀ ਕਿਸੇ ਨਾ ਕਿਸੇ ਰੂਪ 'ਚ ਰਿਲੀਜ਼ ਕਰਦੀ ਹੈ। ਇਸ ਲਈ ਤੁਸੀਂ ਵੇਖੋ, ਬੰਦਾ ਆਪਣੇ ਦੁੱਖ ਨੂੰ ਰੋ ਕੇ ਬਿਆਨ ਕਰਦਾ ਹੈ, ਅੱਖਾਂ 'ਚੋਂ ਅੱਥਰੂ ਵਹਾ ਕੇ ਬਿਆਨ ਕਰਦਾ ਹੈ, ਚੀਕਾਂ ਮਾਰ ਕੇ ਬਿਆਨ ਕਰਦਾ ਹੈ, ਖਿੱਚਦਾ ਹੈ, ਰੌਲਾ ਪਾ ਕੇ ਬਿਆਨ ਕਰਦਾ ਹੈ। ਅਤੇ ਖੁਸ਼ੀ ਨੂੰ ਵੀ ਬਹੁਤੇ ਲੋਕ ਇਵੇਂ ਹੀ ਬਿਆਨ ਕਰਦੇ ਨੇ, ਚੀਕਾਂ ਮਾਰਨਗੇ, ਰੌਲਾ ਪਾਉਣਗੇ, ਨੱਚਣਗੇ, ਗਾਉਣ ਲੱਗ ਜਾਣਗੇ, ਟੱਪਣਗੇ। ਉਹ ਜਿਹੜੀ ਚੀਜ਼ ਹੈ ਉਹ ਹੈ ਬੋਡੀ ਉਸ ਫੀਲਿੰਗ ਨੂੰ ਰਿਲੀਜ਼ ਕਰਦੀ ਹੈ, ਬੋਡੀ ਦੇ ਰਾਹੀਂ ਉਹ ਚੀਜ਼ ਬਿਆਨ ਹੁੰਦੀ ਹੈ। ਬੰਦੇ ਦਾ ਭਾਸ਼ਾ 'ਤੇ ਕੰਟਰੋਲ ਨਹੀਂ ਰਹਿੰਦਾ, ਤਾਂ ਫਿਰ ਸਰੀਰ ਦੇ ਕਿਸੇ ਹੋਰ ਤਰੀਕੇ ਰਾਹੀਂ ਪ੍ਰਗਟ ਹੁੰਦੀ ਹੈ। ਪਰ ਕੀ ਸਾਡੇ ਕੋਲ ਐਸੀ ਭਾਸ਼ਾ ਹੈ? ਅਸੀਂ ਬੋਲੀ ਦੇ ਇਸ ਮਿਆਰ ਉੱਤੇ ਪਹੁੰਚੇ ਹਾਂ ਵੀ ਆਪਣੀ ਫੀਲਿੰਗ ਨੂੰ ਹੂ ਬਹੂ ਅਸੀਂ ਜੋ ਹੈ ਉਹਨੂੰ ਉਸੇ ਤਰ੍ਹਾਂ ਸ਼ਬਦ ਵਿੱਚ ਸਮਝਾ ਸਕੀਏ? ਕਦੇ ਨਹੀਂ। ਅਤੇ ਜਿਹੜੀ ਗੱਲ ਗੁਰੂ ਮਹਾਰਾਜ ਕਹਿ ਰਹੇ ਨੇ ਉਹ ਤਾਂ ਇਹਨਾਂ ਗੱਲਾਂ ਤੋਂ ਬਹੁਤ ਉੱਚੇ ਦਾਇਰੇ ਦੀ ਹੈ। ਉਹ ਸਤਿਗੁਰੂ ਮਹਾਰਾਜ ਕਹਿੰਦੇ ਉਹ ਤਾਂ 52ਵੇਂ ਦਾਇਰੇ ਦੀ ਨਹੀਂ, ਉਹ ਤਾਂ ਬਹੁਤ, ਜੇ ਮੈਂ ਜਾਣ ਲਵਾਂ ਪਰ ਮੈਂ ਉਹਨੂੰ ਆਖਾਂ ਕਿਵੇਂ? ਜੇ ਹੋਂ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਉਹਨੂੰ ਮੈਂ ਕਹਿ ਨਹੀਂ ਸਕਦਾ, ਐਕਸਪਲੇਨ ਨਹੀਂ ਕਰ ਸਕਦਾ, ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇੱਕ ਵਾਕ ਹੈ, ਬਾਬਾ ਕਬੀਰ ਸਾਹਿਬ ਦਾ ਇਹ ਬਚਨ ਹੈ। ਉਹ ਕਹਿੰਦੇ ਨੇ ਵੀ ਜਿਹੜੇ ਅੱਖਰ ਨੇ ਨਾ, ਅੱਖਰ, ਕੋਈ ਵੀ ਬੋਲੀ ਜਿਹੜੀ ਉਹ ਅੱਖਰਾਂ ਤੋਂ ਬਣਦੀ ਹੈ ਨਾ, ਭਾਸ਼ਾ ਜਿਹਨੂੰ ਆਪਾਂ ਕਹਿੰਦੇ ਨੇ ਬੋਲੀ, ਉਹ ਬੋਲੀ ਅੱਖਰਾਂ ਨਾਲ, ਸ਼ਬਦਾਂ ਦੀ ਜੜਤ ਨਾਲ ਬੋਲੀ ਜਾਂਦੀ ਹੈ। ਅਤੇ ਉਹ ਕਹਿੰਦੇ ਨੇ ਵੀ ਇੱਕ ਐਸੀ ਮਨੋਵਸਥਾ ਵੀ ਜਿੱਥੇ ਤੁਹਾਡੇ ਅੱਖਰ ਤੁਹਾਡੇ ਬਹੁਤ ਛੋਟੇ ਅਤੇ ਉਰੇ ਰਹਿ ਜਾਂਦੇ ਨੇ। ਸਤਿਗੁਰੂ ਨੇ ਬਹੁਤ ਕੁਝ ਸੇਧ ਬਖਸ਼ੀ, ਬਾਣੀ ਜਿਹੜੀ ਉਹ ਸੇਧ ਹੈ। ਪਰ ਇੱਕ ਚੀਜ਼ ਨੂੰ ਨੋਟ ਕਰਨਾ ਵੀ ਬਾਣੀ ਵਿੱਚ ਵੀ ਮਹਾਰਾਜ ਨੇ ਥਾਂ ਪੁਰ ਥਾਂ ਕਹਿ ਦਿੱਤਾ ਹੈ ਕਿ ਕਿਹਾ ਨਹੀਂ ਜਾ ਸਕਦਾ, ਆਖਿਆ ਨਹੀਂ ਜਾ ਸਕਦਾ, ਮੈਂ ਬਿਆਨ ਨਹੀਂ ਕਰ ਸਕਦਾ। ਬਾਬਾ ਕਬੀਰ ਸਾਹਿਬ ਤਾਂ ਇੱਕ ਅਲੰਕਾਰ ਸਿਰਜਦੇ। ਉਹ ਕਹਿੰਦੇ ਨੇ ਜਿੰਨਾ ਸਮੁੰਦਰ ਦਾ ਪਾਣੀ ਹੈ ਨਾ ਸੰਸਾਰ 'ਤੇ, ਇਹ ਸਾਰੀ ਸਿਆਹੀ ਬਣ ਜਾਏ। ਜਿੰਨੀ ਬਨਸਪਤੀ ਹੈ ਸਾਰੀਆਂ ਕਲਮਾਂ ਬਣ ਜਾਣ, ਅਤੇ ਜਿੰਨੀ ਧਰਤੀ ਹੈ ਸਾਰੀ ਕਾਗਜ਼ ਬਣ ਜਾਏ, ਅਤੇ ਲਿਖਣ ਦੀ ਬੇਬਹਾ ਤਾਕਤ ਮੇਰੇ ਕੋਲ ਆ ਜਾਏ, ਮੈਂ ਤਾਂ ਵੀ ਲਿਖ ਨਹੀਂ ਸਕਾਂਗਾ। ਜਿੰਨਾ ਸਮੁੰਦਰ ਦਾ ਪਾਣੀ ਹੈ ਸਾਰਾ ਸਿਆਹੀ ਬਣ ਜਾਏ, ਸਾਰੀ ਬਨਸਪਤੀ ਦੀਆਂ ਕਲਮਾਂ ਬਣ ਜਾਣ, ਅਤੇ ਸਾਰੀ ਧਰਤੀ ਕਾਗਜ਼ ਹੋ ਜਾਏ, ਤਾਂ ਵੀ ਉਹ ਕਹਿੰਦੇ ਨੇ ਹਰ ਜਸ ਲਿਖਣ ਨਾ ਜਾਏ। ਉਹਦਾ ਭਾਵ ਕੀ ਹੈ ਵੀ ਉਸ ਪਰਮੇਸ਼ਰੀ ਸਿਫਤ ਨੂੰ, ਉਹਦੇ ਗੁਣਾਂ ਨੂੰ, ਉਹਦੀ ਮਹਿਮਾ ਨੂੰ, ਉਹਦੇ ਵਡੱਪਣ ਨੂੰ ਕਿਸੇ ਵੀ ਸ਼ਬਦ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਸਾਹਿਬ ਸਤਿਗੁਰੂ ਮਹਾਰਾਜ ਜਦੋਂ ਇਸ ਭਾਵ ਵਿੱਚ ਬਿਆਨ ਕਰਦੇ ਨੇ, ਤੇ ਇਹ ਜਿਹੜਾ ਗਾਤ ਸ਼ਬਦ ਇਹਦਾ ਭਾਵ ਹੈ ਅਕਾਲ ਪੁਰਖ ਦੇ ਹੁਕਮ ਦਾ ਅਦੁੱਤੀ ਜਿਹੜਾ ਪਸਾਰਾ ਹੈ, ਉਹਦੇ ਬਾਰੇ ਦਾਅਵਾ ਨਹੀਂ ਕੀਤਾ ਜਾ ਸਕਦਾ। ਦਾਅਵਾ, ਇੱਕ ਚੀਜ਼ ਨੋਟ ਕਰਨਾ, ਮਨੁੱਖ ਨੇ ਜਿੰਨੀ ਵੀ ਪਦਾਰਥਕ ਉન્નਤੀ ਕੀਤੀ ਹੈ, ਫਿਲਾਸਫੀਆਂ ਜਿੰਨੀਆਂ ਵੀ ਮਨੁੱਖ ਨੇ ਸਿਰਜੀਆਂ ਨੇ, ਉਹ ਸਾਰਾ ਕੁਝ ਜਿਹੜਾ ਹੈ ਨਾ, ਉਹ ਮਨੁੱਖ ਨੇ ਆਪਣੇ ਅਨੁਭਵ ਨਾਲ, ਕੁਦਰਤ ਨੂੰ ਵੇਖ ਵੇਖ ਕੇ ਜਿੰਨਾ ਉਹ ਸਮਝ ਸਕਿਆ, ਉਹਨਾਂ ਸਮਝ ਕੇ ਉਹਨੇ ਇਹਦੇ ਵਿੱਚੋਂ ਸਭ ਕੁਝ ਸਿੱਖਿਆ ਵੀ ਕੁਦਰਤ ਕਿਵੇਂ ਵਰਕ ਆਊਟ ਕਰਦੀ ਹੈ, ਕਿਹੜਾ ਰੂਲ ਹੈ, ਕੀ ਨਿਯਮ ਹੈ, ਜੋ ਕੁਝ ਵੀ ਅਸੀਂ ਕਾਢਾਂ ਕੱਢੀਆਂ ਸਭ ਇਹਦੇ ਬੇਸਡ ਕੱਢੀਆਂ। ਫਿਰ ਵੀ ਅਸੀਂ ਕੁਦਰਤ ਦੇ ਇਸ ਬੇਬਹਾ ਸਾਗਰ ਦੀ ਇੱਕ ਬੂੰਦ ਨੂੰ ਵੀ ਛੋਹ ਨਹੀਂ ਪਾਏ ਅਜੇ। ਦੁਨੀਆ ਦਾ ਕੋਈ ਐਸਾ ਖੋਜੀ ਹੈ, ਭਾਵੇਂ ਉਹ ਧਾਰਮਿਕ ਜਗਤ ਦਾ ਹੋਵੇ, ਭਾਵੇਂ ਉਹ ਪਦਾਰਥਕ ਜਗਤ ਦਾ ਹੋਵੇ, ਭਾਵੇਂ ਉਹ ਦੁਨੀਆ ਦੀ ਵਿਦਿਅਕ ਜਗਤ ਦਾ ਹੋ, ਕਿਸੇ ਵੀ ਪੱਖ ਦਾ ਹੋਵੇ, ਕਿਸੇ ਵੀ ਫੀਲਡ ਦਾ ਹੋਵੇ, ਜਿਹਨੇ ਦਾਅਵਾ ਕਰ ਲਿਆ ਹੋਵੇ ਵੀ ਮੈਂ ਜਾਣ ਲਿਆ, ਬਸ ਹਰ ਬੰਦਾ ਕਹੇਗਾ ਨਹੀਂ, ਕੱਖ ਵੀ ਨਹੀਂ ਹੈ। ਬੰਦੇ ਨੇ ਜਿੰਨੇ ਰੋਗ ਸਮਝੇ ਅਤੇ ਰੋਗਾਂ ਦੇ ਇਲਾਜ ਸਮਝੇ, ਉਨੀਆਂ ਉਹਨਾਂ ਦਵਾਈਆਂ ਦੇ ਸਾਈਡ ਇਫੈਕਟ ਵੀ ਪੈਦਾ ਹੋਏ। ਪਲੱਸ ਮਾਈਨਸ ਦਾ ਜੋੜ ਲਗਾਤਾਰ ਕੁਦਰਤ ਵਿੱਚ ਵਰਕ ਕਰ ਰਿਹਾ, ਕੰਮ ਕਰ ਰਿਹਾ। ਜਿੰਨੇ ਪਦਾਰਥ ਕੱਢੇ ਉਨੀਆਂ ਸਹੂਲਤਾਂ ਕੱਢੀਆਂ, ਉਨੀਆਂ ਤਕਲੀਫਾਂ ਵੀ ਵਧੀਆਂ। ਹਰ ਚੀਜ਼ ਨਾਲ ਨਾਲ ਸਫ਼ਰ ਕਰ ਰਹੀ ਹੈ ਨਾ। ਤੁਸੀਂ ਇੱਕ ਪਾਸੇ ਦੀ ਖੋਜ ਕਰਦੇ ਹੋ, ਦੂਜਾ ਪਾਸਾ ਜਿਹੜਾ ਤੁਹਾਨੂੰ ਲੱਗਦਾ ਨਹੀਂ, ਇੱਥੇ ਇਹਦੀ ਵੀਕਨੈਸ ਹੈ ਕਿਤੇ ਨਾ ਕਿਤੇ। ਕੁਦਰਤ ਨੇ ਇਹਦੀ ਵੀਕਨੈਸ ਵੀ, ਕਮਜ਼ੋਰੀ ਵੀ ਆਪਣੀ ਜਕੜ ਵਿੱਚ ਰੱਖੀ ਹੈ। ਉਹ ਇਹਨੂੰ
ਸਮਰੱਥ ਨਹੀਂ ਹੋਣ ਦੇਵੇਗੀ। ਇਹਨੂੰ ਮਾਰਨ ਦਾ ਤੇ ਖਤਮ ਕਰਨ ਦਾ ਜਰੀਆ ਵੀ ਉਹਨੇ ਨਾਲ ਹੀ ਕੁਦਰਤ ਵਿੱਚ ਟਿਕਾਇਆ ਹੋਇਆ। ਸਾਹਿਬ ਸਤਿਗੁਰੂ ਮਹਾਰਾਜ ਆਖਦੇ ਨੇ, ਕੋਈ ਜ਼ੋਰ ਲਾ ਲਵੇ, ਭਾਵੇਂ ਕੋਈ ਜੋਗੀ ਜੋਗ ਸਾਧਨਾ ਵਾਲਾ ਜ਼ੋਰ ਲਾ ਲੈ। ਜੋਗੀ ਦੂਜਰਾ ਸ਼ਬਦ ਵਰਤਿਆ ਜਤੀ, ਜਤ ਰੱਖਣ ਵਾਲੇ। ਸਤਿਗੁਰੂ ਮਹਾਰਾਜ ਨੇ ਤੀਜਾ ਸ਼ਬਦ ਵਰਤਿਆ ਤਪੀ, ਤਪੱਸਿਆ ਕਰਕੇ, ਸਰੀਰ ਨੂੰ ਖਪਾ ਕੇ ਤਪ ਸਾਧਨ ਵਾਲੇ। ਤੇ ਅੱਗੇ ਕਿਹਾ ਅਰਬੋ ਲੋਗ ਸਿਆਣੇ। ਪਾਚਹਾਰੇ ਦਾ ਮਤਲਬ ਹੈ ਖੁਆਰ ਹੋ ਕੇ ਥੱਕ ਜਾਂਦੇ ਨੇ। ਜੇ ਕੋਈ ਆਖੇ ਨਾ ਮੈਂ ਯੋਗ ਸਾਧਨਾ ਨਾਲ ਜਾਣ ਲਵਾਂਗਾ, ਨਹੀਂ। ਜੇ ਕੋਈ ਆਖੇ ਤਪ ਕਰਕੇ ਜਾਣ ਲਵਾਂਗਾ, ਜਤ ਧਾਰਨ ਕਰ, ਨਹੀਂ। ਸਤਿਗੁਰੂ ਕਹਿੰਦੇ ਨੇ ਇਹ ਸਾਰੀਆਂ ਥਿਊਰੀਆਂ ਜਿਹੜੀਆਂ ਨੇ ਉਸ ਪਰਮੇਸ਼ਰੀ ਨਿਜ਼ਾਮ ਨੂੰ ਸਮਝਣ ਦੇ ਸਾਹਮਣੇ ਫੇਲ ਨੇ। ਜੇ ਹੋ ਸਕਦਾ ਦੁਨੀਆ ਵਿੱਚ ਜਿੰਨੇ ਜੋਗੀ ਨੇ ਸਾਰੇ ਹੀ ਉੱਚੀ ਅਵਸਥਾ ਤੱਕ ਪਹੁੰਚੇ ਹੁੰਦੇ, ਜਿੰਨੇ ਤਿਆਗੀ ਨੇ ਸਭ ਉੱਚੇ ਜੀਵਨ ਦੇ ਮਾਲਕ ਹੁੰਦੇ, ਜਿੰਨੇ ਤਪਸਵੀ ਨੇ ਕਿਸੇ ਦਾ ਤਪ ਫੇਲ ਨਾ ਹੁੰਦਾ, ਜਿੰਨੇ ਧਰਮ ਗ੍ਰੰਥਾਂ ਦੇ ਵਕਤਾ, ਪੜ੍ਹਨ ਵਾਲੇ, ਸਮਝਣ ਵਾਲੇ, ਉਸ ਪਰਥਾਏ ਲਿਖਣ ਵਾਲੇ ਨੇ, ਸਾਰੇ ਹੀ ਪੂਜਨੀਕ ਹੋ ਜਾਂਦੇ ਤੇ ਉੱਚੀ ਸੁਰਤ ਦੇ ਮਾਲਕ ਹੁੰਦੇ। ਅਰਬੋਂ ਲੋਕ ਸਿਆਣੇ। ਪਰ ਮਹਾਰਾਜ ਕਹਿੰਦੇ ਨਹੀਂ, ਦੁਨੀਆ ਦਾ ਕੋਈ ਵੀ ਯਤਨ ਜਿਹੜਾ ਹੈ ਤੁਹਾਨੂੰ ਇਸ ਮੁਕਾਮ 'ਤੇ ਨਹੀਂ ਲਿਜਾ ਸਕਦਾ ਕਿ ਤੁਸੀਂ ਦਾਅਵਾ ਕਰ ਸਕੋ। ਸਾਹਿਬ ਸਤਿਗੁਰੂ ਮਹਾਰਾਜ ਨੇ ਅੱਗੇ ਸ਼ਬਦ ਵਰਤਿਆ ਛਿਨਮੈ ਰਾਉ ਰੰਕ ਕੋ ਕਰੀ। ਉਹਦੇ ਹੁਕਮ ਦਾ ਪਸਾਰਾ ਤੇ ਏਡਾ ਵੱਡਾ ਹੈ ਕਿ ਉਹ 'ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਆਹ ਚੀਜ਼ ਸਥੇਰੀ ਰਹੇਗੀ, ਇਵੇਂ ਹੀ ਰਹੇਗੀ, ਇਸ ਹਾਲਤ ਵਿੱਚ ਹੀ ਰਹੇਗੀ। ਨਹੀਂ, ਮਹਾਰਾਜ ਕਹਿੰਦੇ ਇੱਕ ਦੋ ਉਦਾਹਰਨਾਂ ਮਹਾਰਾਜ ਨੇ ਦਿੱਤੀਆਂ ਨੇ। ਫੋਰ ਐਗਜ਼ਾਮਪਲ ਕਹਿੰਦੇ ਛਿਨਮੈ ਰਾਉ ਰੰਕ ਕਉ ਕਰੇ। ਅੱਖ ਦੇ ਫੋਰ ਵਿੱਚ ਨਾ ਜਿਹੜੇ ਅਮੀਰ ਹੁੰਦੇ ਨੇ, ਰਾਜੇ ਹੁੰਦੇ ਨੇ, ਉਹ ਕੰਗਾਲ ਹੋ ਜਾਂਦੇ ਨੇ। ਤੇ ਜਿਹੜੇ ਕੰਗਾਲ ਨੇ ਉਹ ਬਾਦਸ਼ਾਹੀਆਂ ਦੇ ਮਾਲਕ ਵੀ ਹੋ ਜਾਂਦੇ ਨੇ। ਸਤਿਗੁਰੂ ਆਖਦੇ ਇੱਥੇ ਕੀ ਦਾਅਵਾ ਹੈ ਕਿਸੇ ਚੀਜ਼ ਦਾ? ਲਗਾਤਾਰ ਹਰ ਚੀਜ਼ ਪ੍ਰੋਸੈਸ ਵਿੱਚ ਹੈ, ਚੇਤੇ 'ਚ ਰੱਖਿਓ, ਸਫ਼ਰ ਵਿੱਚ ਹੈ। ਜਦੋਂ ਸਾਹਿਬ ਬਾਣੀ 'ਚ ਇਹ ਆਖਦੇ ਨੇ ਨਾ, ਦਿਨ ਰਾਵ ਚੱਲੈ ਨਿਸ ਸੱਸ ਚੱਲੈ, ਤਾਰਕਾ ਲਖ ਪਲੋਏ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬੁਗੋਏ। ਤਾਂ ਉੱਥੇ ਉਹ ਇਕੱਲੇ ਸੂਰਜ ਚੰਦਰਮਾ ਦੀ ਗੱਲ ਨਹੀਂ ਕਰ ਰਿਹਾ, ਉਦਾਹਰਣ ਦੇ ਕੇ ਕਹਿ ਰਹੇ ਨੇ ਵੀ ਹਰ ਚੀਜ਼ ਗਰਦਸ਼ ਵਿੱਚ ਹੈ, ਚੇਤੇ 'ਚ ਰੱਖੋ। ਹਰ ਚੀਜ਼ ਖਿਆਲ ਗਰਦਸ਼ ਵਿੱਚ ਹੈ। ਅਮੀਰੀਆਂ, ਗਰੀਬੀਆਂ, ਤੰਦਰੁਸਤੀਆਂ, ਰੋਗ, ਹਰ ਚੀਜ਼ ਲਗਾਤਾਰ ਸਫ਼ਰ ਕਰ ਰਹੀ ਹੈ। ਲਗਾਤਾਰ ਕੋਈ ਚੀਜ਼ ਰੁਕੀ ਹੋਈ ਨਹੀਂ ਵੀ ਉਹ ਪਕੜ ਵਿੱਚ ਆਈ, ਲਿਆਂਦੀ ਜਾ ਸਕੇ। ਔਰ ਇਸ ਪੰਕਤੀ ਨੂੰ ਮੈਂ ਇੱਕ ਦੋ ਉਦਾਹਰਨਾਂ ਤੁਹਾਡੇ ਸਾਹਮਣੇ ਰੱਖਾਂ। ਇੱਕ ਬਲਬਨ ਨਾਮ ਦਾ ਬਾਦਸ਼ਾਹ ਹੋਇਆ, ਉਹਨੇ ਦਿੱਲੀ 'ਤੇ ਰਾਜ ਕੀਤਾ। ਕੁਤਬਦੀਨ ਐਬਕ ਦੇ ਰਾਹੀਂ ਉਹ ਦਿੱਲੀ 'ਤੇ ਕਾਬਜ਼ ਹੋਇਆ। ਉਹ ਇੱਕ ਮੰਡੀ ਦੇ ਵਿੱਚ ਵਿਕਣ ਵਾਸਤੇ ਖੜਾ ਹੈ। ਅਰਬ ਦੇ ਮੁਲਕਾਂ ਦੇ ਵਿੱਚ ਮੰਡੀਆਂ ਲੱਗਦੀਆਂ ਸਨ। ਗੁਲਾਮ ਨੌਕਰ ਜਿਹੜੇ ਸਨ ਉਹ ਵੇਚੇ ਤੇ ਖਰੀਦੇ ਜਾਂਦੇ ਸਨ, ਜਿਵੇਂ ਪਸ਼ੂਆਂ, ਪੰਛੀ, ਇਸ ਤਰ੍ਹਾਂ। ਵਕਤ ਨੇ ਕਰਵਟ ਲਈ, ਬੰਦਾ ਤੇ ਵਿਕਦਾ, ਤਕਨੀਕ ਬਦਲ ਗਈ ਹੈ। ਅੱਜ ਵੀ ਤੇ ਵਿਕਦਾ। ਹਰ ਚੀਜ਼ ਬੰਦੇ ਦੀ ਜਿਹੜੀ ਹੈ ਨਾ ਉਹ ਸੇਲ ਹੈ। ਬੋਡੀ ਦੇ ਪਾਰਟ ਤੱਕ ਵਿਕ ਜਾਂਦੇ ਨੇ, ਕਲਮਾਂ ਵਿਕ ਜਾਂਦੀਆਂ ਨੇ, ਜ਼ਬਾਨਾਂ ਵਿਕ ਜਾਂਦੀਆਂ ਨੇ, ਹੁਨਰ ਵਿਕ ਜਾਂਦੇ ਨੇ, ਕਲਾ ਦਾ ਮੁੱਲ ਪੈ ਜਾਂਦਾ। ਕਿਹੜੀ ਚੀਜ਼ ਹੈ ਜਿਹੜੀ ਅੱਜ ਨਹੀਂ ਵਿਕਦੀ? ਫਰਕ ਇੰਨਾ ਪਿਆ ਅੱਜ ਪਸ਼ੂ ਵਾਂਗ ਮੰਡੀ ਨਹੀਂ ਲੱਗਦੀ। ਪਰ ਉਸ ਸਮੇਂ ਉਹ ਗੁਲਾਮ ਕਿਸੇ ਨੇ ਨੌਕਰ ਖਰੀਦਣਾ ਹੋਵੇ ਤੇ ਨੌਕਰ, ਹੁਣ ਜਿਉਂ-ਜਿਉਂ ਵਕਤ ਅਗੇਰੇ ਜਾ ਰਿਹਾ, ਨੌਕਰਾਂ ਦੇ ਵੀ ਹੱਕ ਹਕੂਕ ਮਿਥ ਦਿੱਤੇ ਗਏ। ਜਿਹੜਾ ਤੁਹਾਡਾ ਨੌਕਰ ਹੈ ਉਹ ਤੁਹਾਨੂੰ ਸਰਵਿਸ ਦੇ ਰਿਹਾ ਹੈ ਕਿਸੇ ਖੇਤਰ ਵਿੱਚ। ਤੁਸੀਂ ਉਹਦੇ ਨਾਲ ਅਣਮਨੁੱਖੀ ਵਿਹਾਰ ਨਹੀਂ ਕਰ ਸਕਦੇ। ਉਹਨੂੰ ਤੁਹਾਨੂੰ ਮਨੁੱਖਾਂ ਵਾਂਗ, ਬੰਦਿਆਂ ਵਾਂਗ ਹੀ ਟਰੀਟ ਕਰਨਾ ਪਏਗਾ ਉਹਦੇ ਨਾਲ। ਉਹ ਸਮੇਂ ਥੋੜ੍ਹੇ ਜਿਹੇ ਹੋਰ ਸਨ। ਉਹਨਾਂ ਸਮਿਆਂ ਦੇ ਵਿੱਚ ਬੰਦਿਆਂ ਦੀ ਵੀ ਪਸ਼ੂਆਂ ਵਾਂਗ ਹੀ ਬੋਲੀ ਲੱਗਦੀ ਸੀ। ਬੰਦੇ ਵੇਚੇ ਤੇ ਖਰੀਦੇ ਜਾਂਦੇ ਸਨ। ਹੁਣ ਜਿਸ ਨੇ ਬੰਦਾ, ਆਪਾਂ ਜਿਨ੍ਹਾਂ ਨੇ ਪਸ਼ੂ ਪਾਲੇ ਨੇ ਪੰਜਾਬ ਵਿੱਚ ਵੀ, ਉਹ ਵੀ ਜਾਣਦੇ ਨੇ। ਪਸ਼ੂ ਲੈਣ ਜਾਈਏ ਨਾ ਮੰਡੀ ਦੇ ਵਿੱਚੋਂ, ਤਾਂ ਪਸ਼ੂ ਦਾ ਵੀ ਰੰਗ ਰੂਪ ਵੇਖਿਆ ਜਾਂਦਾ ਹੈ। ਕੰਮ ਦਾ ਵੀ ਹੋਵੇ ਤੇ ਰੰਗ ਰੂਪ ਵੀ ਸੋਹਣਾ ਹੋਵੇ। ਪਸ਼ੂ ਦੇ ਵਿੱਚ ਵੀ ਕੋਈ ਕਾਣ ਨਾ ਹੋਵੇ। ਹੁਣ ਜਿਸ ਨੇ ਮਨੁੱਖ ਖਰੀਦਣਾ ਹੋਵੇ, ਗੁਲਾਮ ਖਰੀਦਣਾ ਹੋਵੇ ਮੰਡੀ 'ਚੋਂ, ਉਹਦਾ ਰੂਪ ਰੰਗ ਤਾਂ ਵੇਖੇਗਾ ਹੀ ਵੀ ਘਰ 'ਚ ਸੋਹਣਾ ਤੇ ਲੱਗੇ ਬੰਦਾ।
ਨੌਕਰ ਵੀ ਹੋਵੇ ਤੇ ਮੂੰਹ ਮੱਥੇ ਤੇ ਲੱਗਦਾ ਹੋਵੇ, ਨੈਣ ਨਕਸ਼ ਤੇ ਸੋਹਣੇ ਹੋਣ, ਸਰੀਰ ਤੇ ਤੰਦਰੁਸਤ ਹੋਵੇ, ਸਰੀਰ ਤਕੜਾ ਹੋਵੇ ਤਾਂ ਕਿ ਬੋਝਲ ਕੰਮ ਵੀ ਕਰ ਸਕੇ ਵਗੈਰਾ ਵਗੈਰਾ। ਉਹ ਉਹਦੀ ਵੀ ਕੁਆਲਿਟੀ ਵੇਖਦੇ ਸਨ ਵੀ ਕੋਈ ਨਾ ਕੋਈ ਇਹਦੇ 'ਚ ਹੁਨਰ ਹੈ ਤਾਂ ਵਧੀਆ। ਅਤੇ ਜਿਹੋ ਜਿਹਾ ਜਿਸ ਨੂੰ ਨੌਕਰ ਚਾਹੀਦਾ ਉਹੋ ਜਿਹਾ ਉਹਨੇ ਖਰੀਦ ਲੈਣਾ। ਇਹ ਬੰਦਾ ਉਸ ਮੰਡੀ ਦੇ ਵਿੱਚ ਖੜਾ ਹੈ, ਇਹਦਾ ਕੋਈ ਰੂਪ ਰੰਗ ਬਹੁਤਾ ਵਧੀਆ ਨਹੀਂ, ਨੈਣ ਨਕਸ਼ ਕੋਈ ਬਹੁਤੇ ਸੋਹਣੇ ਨਹੀਂ, ਇਸ ਨੂੰ ਬੜਾ ਰੰਝ ਆਇਆ ਆਪਣੇ ਆਪ ਉੱਤੇ। ਤੁਸੀਂ ਵੇਖੋ ਬੰਦਾ ਗੁਲਾਮਾਂ ਦੀ ਮੰਡੀ ਵਿੱਚ ਵਿਕਣ ਲਈ ਖੜਾ ਹੋਵੇ ਤੇ ਉਹਦਾ ਮੁੱਲ ਨਾ ਪਵੇ, ਇਸ ਕਰਕੇ ਵੀ ਉਹਦਾ ਨੈਣ ਨਕਸ਼ ਜਿਹੜਾ ਹੈ, ਰੂਪ ਰੰਗ ਜਿਹੜਾ ਕੋਈ ਬਹੁਤਾ ਮੂੰਹ ਮੱਥੇ ਲੱਗਣ ਵਾਲਾ ਬੰਦਾ ਨਹੀਂ, ਅਤੇ ਉਹਦੀਆਂ ਫੀਲਿੰਗਸ ਕੀ ਹੋਣਗੀਆਂ, ਉਹਦੇ ਅੰਦਰ ਕਿਹੋ ਜਿਹੇ ਜਜ਼ਬਾਤ ਪੈਦਾ ਹੁੰਦੇ ਹੋਣਗੇ ਵੀ ਹੱਦ ਹੋ ਗਈ, ਮੈਂ ਪਸ਼ੂਆਂ ਨਾਲੋਂ ਵੀ ਨਿਕੰਮਾ, ਮੈਨੂੰ ਕੋਈ ਖਰੀਦ ਵੀ। ਇਹ ਤਰਾਸਦੀ ਹੈ ਵੀ ਮੈਂ ਮੰਡੀ 'ਚ ਵਿਕਣ ਵਾਸਤੇ ਖੜਾ, ਅਤੇ ਉਦੋਂ ਵੀ ਵੱਡੀ ਤਰਾਸਦੀ ਹੈ ਵੀ ਮੈਨੂੰ ਕੋਈ ਖਰੀਦਣ ਲਈ ਵੀ ਤਿਆਰ ਨਹੀਂ। ਇਹ ਤਾਂ ਦੋਹਰਾ ਤੀਜੇ ਕਿਸਮ ਦਾ ਦੁੱਖ ਮੇਰੇ ਉੱਤੇ ਹੈ। ਕੁਤਬਦੀਨ ਐਬਕ ਕੁਦਰਤੀ ਗੁਜ਼ਰਿਆ, ਉਹਨੇ ਉਹਨੂੰ ਵਾਸਤਾ ਪਾਇਆ, ਕਹਿੰਦਾ ਤੂੰ ਅੱਲਾ ਨੂੰ ਮੰਨਦਾ, ਖੁਦਾ ਨੂੰ ਮੰਨਦਾ? ਉਹਨੇ ਕਿਹਾ ਹਾਂ। ਕਹਿਣ ਲੱਗਿਆ ਤੂੰ ਮੈਨੂੰ ਧਨੀ ਰਈਸ ਲੱਗਦਾ ਹੈ, ਅਮੀਰ ਲੱਗਦਾ ਹੈ। ਜੇ ਤੂੰ ਖੁਦਾ ਨੂੰ ਮੰਨਦਾ ਹੈ ਨਾ, ਤੇ ਉਸ ਖੁਦਾ ਦਾ ਤੈਨੂੰ ਵਾਸਤਾ ਹੈ, ਮੈਨੂੰ ਖਰੀਦ ਲੈ। ਉਹ ਕਹਿਣ ਲੱਗਿਆ ਵੀ ਮੈਨੂੰ ਲੋੜ ਨਹੀਂ ਤੇਰੀ, ਮੈਂ ਤੈਨੂੰ ਕਿਉਂ ਖਰੀਦਾਂ? ਕਹਿਣ ਲੱਗਿਆ ਉਸ ਅੱਲਾ ਦੇ ਨਾਂ 'ਤੇ ਮੈਨੂੰ ਖਰੀਦ ਲੈ। ਇੰਨੀ ਬੇਕਦਰੀ ਤਾਂ ਪਸ਼ੂ ਦੀ ਵੀ ਨਹੀਂ ਹੁੰਦੀ ਇਸ ਮੰਡੀ ਜਿੰਨੀ ਮੇਰੀ ਹੋ ਰਹੀ। ਮੈਂ ਤੇਰੀ ਸਾਰੀ ਜ਼ਿੰਦਗੀ ਖਿਦਮਤ ਕਰਾਂਗਾ, ਸੇਵਾ ਕਰਾਂਗਾ, ਮੈਨੂੰ ਇਸ ਤੋਂ ਵੱਧ ਤਾਂ ਜ਼ਲੀਲ ਨਾ ਹੋਣ ਦੇ ਇਸ ਮੰਡੀ ਦੇ ਵਿੱਚ। ਉਹਦੇ ਮਨ 'ਚ ਦਇਆ ਆਈ, ਤਰਸ ਆਇਆ, ਅਤੇ ਉਹਨੇ ਉਹਨੂੰ ਖਰੀਦ ਲਿਆ। ਕਮਾਲ ਹੈ, ਉਹਦੀ ਫੌਜ ਵਿੱਚ ਉਹ ਅੰਗ ਰੱਖਿਅਕ ਭਰਤੀ ਹੋ ਗਿਆ। ਉਹਦੀ ਬਹਾਦਰੀ ਦੀ ਧਾਂਕ ਜੰਮੀ ਅਤੇ ਹੌਲੀ ਹੌਲੀ ਉਹਦਾ ਵਿਸ਼ਵਾਸ ਪਾਤਰ ਬਣ ਗਿਆ। ਉਹ ਬੰਦਾ ਇੱਕ ਦਿਨ ਦਿੱਲੀ ਦੇ ਤਖਤ ਉੱਤੇ ਬੈਠਿਆ। ਦਿੱਲੀ ਦੇ ਤਖਤ ਉੱਤੇ ਬਹਿ ਕੇ ਉਹਨੇ ਹੁਕਮ ਚਲਾਇਆ, ਰਾਜ ਚਲਾਇਆ, ਸਰਕਾਰ ਚਲਾਈ ਉਸ ਬੰਦੇ ਨੇ। ਕਮਾਲ ਹੈ ਨਾ, ਜਿਹੜਾ ਅੱਲਾ ਦਾ, ਰੱਬ ਦਾ ਵਾਸਤਾ ਪਾ ਕੇ ਆਪਣਾ ਮੁੱਲ ਪਵਾਉਂਦਾ ਮੰਡੀ 'ਚ ਤੇ ਵਿਕ ਜਾਂਦਾ ਹੈ, ਜਿਸ ਦੇ ਇੰਨੇ ਮਾੜੇ ਦਿਨ ਆਏ ਹੋਏ ਨੇ, ਉਹ ਬੰਦਾ ਇੱਕ ਦਿਨ ਦਿੱਲੀ ਦੇ ਤਖਤ ਉੱਤੇ ਬੈਠ ਕੇ ਸਰਕਾਰ ਚਲਾਉਂਦਾ। ਕੀ ਲੈਵਲ ਸੀ ਉਹਦਾ, ਤੇ ਕੀ ਲੈਵਲ ਬਣ ਗਿਆ ਉਹਦਾ, ਕਿਹੜੇ ਪੱਧਰ ਤੋਂ ਕਿਸ ਪੱਧਰ ਉੱਤੇ ਉਹ ਬੰਦਾ ਪਹੁੰਚ ਗਿਆ। ਕੋਈ ਕਹਿ ਸਕਦਾ ਸੀ ਉਹਨੂੰ ਮੰਡੀ 'ਚ ਖਲੋਤਿਆ, ਕੋਈ ਦਾਅਵਾ ਕਰ ਸਕਦਾ ਸੀ ਵੀ ਇਹਦਾ ਕੱਲ੍ਹ ਕੀ ਹੋਏਗਾ, ਇਹਦਾ ਭਵਿੱਖ ਕੀ ਹੋਏਗਾ? ਪਰ ਨਹੀਂ। ਹੁਣ ਦੂਜਾ ਪੱਖ ਲਓ। ਮਹਾਰਾਣੀ ਜਿੰਦ ਕੌਰਾਂ ਆਪਣੀ ਗੋਲੀ ਦੇ ਨਾਲ ਚੁਨਾਰ ਦੇ ਕਿਲ੍ਹੇ ਦੇ ਵਿੱਚੋਂ ਨਿਕਲੀ ਹੈ, ਕੈਦ ਵਿੱਚੋਂ, ਅਤੇ ਭੇਸ ਵਟਾ ਕੇ ਉਹ ਸਫ਼ਰ ਕਰ ਰਹੀ ਹੈ। ਸਫ਼ਰ ਕਰਦਿਆਂ ਹੁਣ ਤੁਸੀਂ ਵੇਖੋ, ਜਾਣਾ ਕਿੱਥੇ ਹੈ ਪਤਾ ਨਹੀਂ, ਮਗਰ ਕੋਈ ਟਿਕਾਣਾ ਰਿਹਾ ਨਹੀਂ, ਕੈਦ ਵਿੱਚੋਂ ਭੱਜੀ ਹੈ। ਪੰਜਾਬ ਦੀ ਮਲਕਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਅਜ਼ੀਜ਼ ਰਾਣੀ। ਕਿਤੇ ਆਪਣੇ ਹੱਥਾਂ ਦੇ ਨਾਲ ਉਹਨੇ ਦੌਲਤਾਂ ਵੰਡਣ ਲੱਗਿਆ, ਕਦੇ ਸੋਚਿਆ ਸੀ ਮੇਰੇ ਤੇ ਗੁਰਬਤ ਤੇ ਗਰੀਬੀ ਤੇ ਮੇਰੇ ਵੀ ਇੰਨੇ ਮਾੜੇ ਦਿਨ ਆ ਜਾਣਗੇ? ਸਰਦਾਰਾਂ ਦੇ ਘਰ ਜੰਮੀ ਪਲੀ, ਕਦੇ ਘਾਟਾ, ਤੋਟਾ, ਭੁੱਖ, ਨੰਗੇਜ਼, ਇਹ ਦੁੱਖ ਨਹੀਂ ਸਨ ਵੇਖੇ ਉਹਨੇ। ਫਿਰ ਮਹਾਰਾਜਾ ਰਣਜੀਤ ਸਿੰਘ ਨਾਲ ਉਹਦਾ ਆਨੰਦ ਕਾਰਜ ਹੋ ਗਿਆ, ਉਹ ਪੰਜਾਬ ਦੀ ਮਹਾਰਾਣੀ ਬਣ ਗਈ। ਕੀ ਲੈਵਲ ਹੋਏਗਾ ਉਹਦਾ, ਕੀ ਰਿਸਪੈਕਟ ਹੋਏਗੀ ਉਹਦੀ। ਸਹੂਲਤਾਂ ਉਸ ਸਮੇਂ ਦੀਆਂ ਉਹਦੇ ਕਦਮਾਂ ਵਿੱਚ ਪਈਆਂ ਸਨ, ਪਰ ਅੱਜ ਇਹਨੇ ਮਾੜੇ ਦਿਨ ਨੇ ਉਹਦੇ ਵੀ ਉਹ ਸਫ਼ਰ ਕਰਦਿਆਂ ਜਾਨ ਬਚਾ ਰਹੀ ਹੈ ਆਪਣੀ। ਇੱਕ ਸਾਧ ਦੇ ਡੇਰੇ ਦੇ ਕੋਲ ਜਾ ਕੇ ਉਹਨੇ ਕਿਹਾ, ਮੈਨੂੰ ਗੋਲੀ ਨੂੰ ਕਹਿਣ ਲੱਗੀ, ਮੈਨੂੰ ਤਾਂ ਭੁੱਖ ਲੱਗੀ ਹੈ, ਇੱਥੋਂ ਕੁਝ ਖਾਣ ਨੂੰ ਮਿਲ ਸਕਦਾ? ਉੱਥੇ ਪਹੁੰਚ ਗਈਆਂ। ਉਹ ਸੇਵਾਦਾਰ ਨੇ ਕਿਹਾ ਜੀ ਤੇ ਪੰਗਤ 'ਚ ਬਹਿ ਜਾਓ, ਅੱਗੇ ਵੀ 2-4 ਮੁਸਾਫਰ ਬੈਠੇ ਨੇ, ਤੁਸੀਂ ਬਹਿ ਜਾਓ। ਕੇਲੇ ਦੇ ਪੱਤਰ ਲਿਆ ਕੇ ਨਾ ਉਹਨੇ, ਕੇਲੇ ਦੇ ਪੱਤੇ, ਉਹ ਉਹਨਾਂ ਦੇ ਥੋੜ੍ਹੇ ਥੋੜ੍ਹੇ ਕੱਟੇ ਹੋਏ ਸਨ, ਅਤੇ ਉਹ ਸਾਰਿਆਂ ਦੇ ਹੱਥ 'ਤੇ ਰੱਖ ਦਿੱਤੇ। ਇੱਕ ਸੇਵਾਦਾਰ ਆਇਆ, ਉਹਨੇ ਹਾਂਡੀ ਚੁੱਕੀ, ਅਤੇ ਅਰਹਰ ਦੀ ਦਾਲ ਜਿਹੜੀ ਆ ਨਾ ਉਬਲੀ ਹੋਈ, ਉਹਦੇ 'ਚ ਲੂਣ ਪਾਇਆ ਹੋਇਆ, ਅਤੇ ਉਹ ਲੱਪ ਭਰ ਕੇ ਉਹਨੇ ਸਾਰਿਆਂ ਦੇ ਹੱਥਾਂ ਦੇ ਉੱਤੇ ਰੱਖ ਦਿੱਤੀ। ਮਹਾਰਾਣੀ ਨੇ ਹੱਥ ਦੇ ਉੱਤੇ ਕੇਲੇ ਦਾ ਪੱਤਰ ਰੱਖਿਆ ਹੋਇਆ, ਅਤੇ ਸੇਵਾਦਾਰ ਅਰਹਰ ਦੀ ਦਾਲ ਪਾ ਗਿਆ, ਅਤੇ ਮਹਾਰਾਣੀ ਦੀਆਂ ਅੱਖਾਂ ਛਲਕ ਆਈਆਂ। ਕੈਦ ਵਿੱਚ ਵੀ ਉਹਨੂੰ ਘੱਟੋ ਘੱਟ ਰੋਟੀ ਤਾਂ ਮਿਲਦੀ ਸੀ ਨਾ, ਵੀ ਪੰਜਾਬ ਦੀ ਮਲਕਾ ਕੈਦ ਹੈ, ਸਮਾਂ ਹੁੰਦਾ ਕੈਦੀ ਦਾ, ਉਹਨੂੰ ਰੋਟੀ ਦਿੱਤੀ ਜਾਂਦੀ ਹੈ।
ਉਹ ਬਿਨਾਂ ਮਸ਼ੱਕਤ ਤੋਂ ਕੈਦ ਕੱਟ ਰਹੀ ਸੀ। ਥੱਕੀ ਹੰਬੀ ਨੂੰ ਹੱਥ ਵੀ ਅੱਡਣਾ ਪਿਆ ਤੇ ਹੱਥ ਅੱਡ ਕੇ ਲੱਭਿਆ ਵੀ ਕੀ ਖਾਣ ਲਈ? ਹਰ ਹਰ ਦੀ ਉਬਲੀ ਹੋਈ ਦਾਲ। ਉਹਦਾ ਗੱਚ ਭਰ ਆਇਆ। ਗੋਲੀ ਨੇ ਹੌਸਲਾ ਦਿੱਤਾ। ਉਹ ਉਹਨੂੰ ਛੱਕ ਕੇ ਨਾ ਚੁੱਪ ਕਰਕੇ ਤੁਰੀ ਜਾ ਰਹੀ, ਕੁਝ ਬੋਲ ਨਹੀਂ ਰਹੀ। ਗੋਲੀ ਨੇ ਆਖਿਆ, ਮਹਾਰਾਣੀ ਸਾਹਿਬਾ, ਮੈਂ ਤੁਹਾਡੇ ਮਨ ਦੀ ਸਥਿਤੀ ਸਮਝ ਸਕਦੀ ਹਾਂ। ਤੁਸੀਂ ਇਹ ਦਿਨ ਕਦੇ ਵੇਖੇ ਨਹੀਂ, ਤੁਹਾਨੂੰ ਇਹਨਾਂ ਦੁੱਖਾਂ ਦਾ ਕਿਆਸ ਕੋਈ ਨਹੀਂ, ਤੁਹਾਨੂੰ ਇਹ ਆਦਤ ਵੀ ਨਹੀਂ ਵੀ ਤੁਸੀਂ ਕਿਸੇ ਅੱਗੇ ਹੱਥ ਅੱਡੋ। ਮੈਂ ਤੁਹਾਡੇ ਲਈ ਕੁਝ ਕਰ ਨਹੀਂ ਸਕਦੀ। ਇਸ ਦੁੱਖ ਦੇ ਸਮੇਂ ਦੇ ਵਿੱਚ ਮੈਂ ਕੇਵਲ ਤੁਹਾਨੂੰ ਦਿਲਾਸਾ ਦੇ ਸਕਦੀ। ਮੇਰਾ ਇਹ ਉਦਾਹਰਣ ਦੇਣ ਦਾ ਤੱਤ ਭਾਵ ਕੇਵਲ ਇੰਨਾ ਹੈ। ਨੌਵੇਂ ਗੁਰੂਦੇਵ ਨੇ ਜੋ ਇਸ ਪੰਕਤੀ ਦੇ ਵਿੱਚ ਆਖਿਆ ਹੈ ਕਿ ਇਹ ਸੰਸਾਰ ਵਿੱਚ ਵਾਪਰਦਾ ਨਹੀਂ। ਕਦੇ ਸਾਡੇ ਕੋਲ ਖਾਣ ਲਈ ਬਹੁਤਾ ਹੁੰਦਾ ਤੇ ਕਦੀ ਭੁੱਖ ਨਾਲ ਲੜ ਵੀ ਰਹੇ ਹੁੰਦੇ ਆ। ਕਈ ਵਾਰ ਹੁੰਦਿਆਂ ਵੀ ਤੁਹਾਨੂੰ ਭੁੱਖ ਕੱਟਣੀ ਪੈਂਦੀ, ਐਸਾ ਵੀ ਹੈ। ਤੁਹਾਡੇ ਟੇਬਲ 'ਤੇ ਕਿੰਨੇ ਪਕਵਾਨ ਹੁੰਦੇ, ਤੁਹਾਡਾ ਮੂੰਹ ਮੁੜ ਜਾਂਦਾ ਹੈ। ਕਈ ਵਾਰ ਤੁਹਾਡਾ ਘਰ ਭਰਿਆ ਹੁੰਦਾ, ਤੁਸੀਂ ਐਸੀ ਜਗ੍ਹਾ ਦੇ ਉੱਤੇ ਹੁੰਦੇ ਹੋ ਜਿੱਥੇ ਤੁਹਾਨੂੰ ਖਾਣ ਨੂੰ ਕੱਖ ਨਹੀਂ ਲੱਭਦਾ। ਤੁਹਾਨੂੰ ਚੇਤਾ ਆਉਂਦਾ ਹੈ ਕਿ ਕੋਈ ਵਕਤ ਸੀ ਮੈਂ ਸਿੱਧੇ ਮੂੰਹ ਚੀਜ਼ ਨਹੀਂ ਸਾ ਖਾਂਦਾ, ਹੁਣ ਇਹ ਵਕਤ ਹੈ ਵੀ ਮੇਰੇ ਕੋਲ ਖਾਣ ਲਈ ਕੱਖ ਨਹੀਂ। ਇਹ ਸਤਿਗੁਰੂ ਮਹਾਰਾਜ ਨੇ ਆਖਿਆ, ਕੋਈ ਦਾਅਵਾ ਕੀਤਾ ਜਾ ਸਕਦਾ ਕਿਸੇ ਵੀ ਚੀਜ਼ ਦਾ? ਕੁਦਰਤ ਦੀਆਂ ਖੇਡਾਂ ਬੜੀਆਂ ਅਜਬ ਨੇ, ਬੜੀਆਂ ਅਜੀਬ ਨੇ। ਬੰਦੇ ਨੂੰ ਕਦੇ ਗੁਰੂਰ ਵਿੱਚ ਨਹੀਂ ਰਹਿਣਾ ਚਾਹੀਦਾ। ਸਾਹਿਬ ਸਤਿਗੁਰੂ ਆਖਦੇ ਨੇ, ਰੀਤੇ ਭਰੇ ਸਖਨਾਵੈ ਯਹ ਤਾਕੋ ਵਿਵਹਾਰੇ। ਉਹਦਾ ਵਿਹਾਰ ਬੜਾ ਅਚੰਭੇ ਵਾਲਾ ਹੈ, ਬੜਾ ਅਚਰਜਮਈ ਹੈ। ਸਤਿਗੁਰੂ ਕਹਿੰਦੇ ਉਹ ਸਖਣਿਆਂ ਨੂੰ ਭਰ ਦਿੰਦਾ ਤੇ ਭਰਿਆਂ ਨੂੰ ਸਖਣੇ ਕਰ ਦਿੰਦਾ। ਦੁਨੀਆ ਦੇ ਇਨਵਾਇਰਮੈਂਟ ਵਿੱਚ, ਸੰਸਾਰ ਦੇ ਖੋਜਾਂ ਨੇ ਨਾ ਹੁਣ ਸਦੀਆਂ ਹਜ਼ਾਰਾਂ ਸਾਲ ਪਹਿਲਾਂ ਕੀ ਵਾਪਰਿਆ ਉਹਦੇ ਬਾਰੇ ਕੇਵਲ ਕਿਆਸ ਰਾਈ ਹੈ ਵਿਚਾਰਵਾਨਾਂ ਦੀ। ਵੀ ਜਿਨ੍ਹਾਂ ਥਾਵਾਂ 'ਤੇ ਪਾਣੀ ਦੀ ਬੂੰਦ ਨਹੀਂ, ਅੱਜ ਕਿਤੇ ਉਦੋਂ ਦਰਿਆ ਸਮੁੰਦਰ ਵਗਦੇ ਸਨ। ਜਿਨ੍ਹਾਂ ਥਾਵਾਂ 'ਤੇ ਅੰਤਾਂ ਦੀ ਗਰਮੀ ਪੈਂਦੀ ਸੀ, ਅੱਜ ਉਹਦੇ ਬਰਫ਼ ਪੈਂਦੀ ਹੈ। ਜਿਨ੍ਹਾਂ ਥਾਵਾਂ 'ਤੇ ਉਹ ਆਖਦੇ ਨੇ ਵੀ ਅੱਜ ਇੰਨੀ ਸਨੋ ਪੈਂਦੀ ਹੈ ਵੀ ਸਾਰਾ ਸਾਲ ਠੰਡ ਨਹੀਂ ਜਾਂਦੀ, ਕੋਈ ਵਕਤ ਸੀ ਇੱਥੇ ਅੰਤਾਂ ਦੀ ਗਰਮਾਇਸ਼ ਅਤੇ ਤਪਸ਼ ਸੀ। ਕਿਹੜੀ ਚੀਜ਼ ਹੈ ਜਿਹੜੀ ਟਿਕੀ ਹੋਈ ਹੈ? ਸਤਿਗੁਰੂ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ, ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ। ਉਹਨੇ ਆਪਣੀ ਮਾਇਆ ਦਾ ਭਾਵ ਕੀ ਹੈ? ਆਪਣੀ ਪ੍ਰਕਿਰਤਕ ਤਾਕਤ ਦਾ, ਕੁਦਰਤੀ ਤਾਕਤ ਦਾ ਪਸਾਰਾ ਉਹਨੇ ਆਪ ਹੀ ਪਸਾਰਿਆ ਤੇ ਆਪ ਹੀ ਇਸ ਨੂੰ ਸੰਭਾਲਣ ਤੇ ਚਲਾਉਣ ਵਾਲਾ ਹੈ। ਇਹਦੇ 'ਚ ਕਿਸੇ ਵੀ ਮਨੁੱਖ ਦੀ ਦਖਲਅੰਦਾਜ਼ੀ ਨਹੀਂ ਹੋ ਸਕਦੀ। ਇਸ ਵਿੱਚ ਭਾਵੇਂ ਜੋਗੀ ਆਖੇ ਨਾ ਮੈਂ ਦਖਲ ਦੇ ਸਕਦਾ, ਨਹੀਂ ਦੇ ਸਕਦਾ। ਉਹਦੀ ਕੋਈ ਪਾਇਆ ਨਹੀਂ ਹੈ। ਉਹਦੀ ਸਾਰੀ ਪ੍ਰੈਕਟਿਸ ਆਪਣੇ ਲਈ ਹੋ ਸਕਦੀ। ਉਹ ਦਾਅਵਾ ਇਹ ਕਰ ਸਕਦਾ ਵੀ ਮੈਂ ਇਹਦੇ 'ਚੋਂ ਜਾਣਨਾ ਚਾਹੁੰਦਾ, ਉਹ ਵੱਖਰਾ ਟੌਪਿਕ ਹੈ ਵੀ ਉਹਦਾ ਰਾਹ ਸਹੀ ਹੈ ਕਿ ਗਲਤ ਹੈ। ਤਪਸਵੀ ਯਤਨ ਕਰੇ, ਵਿਦਵਾਨ ਦਾਅਵਾ ਕਰੇ, ਪਰ ਮਹਾਰਾਜ ਕਹਿੰਦੇ ਜੇ ਤੂੰ ਇਹ ਸਮਝਦਾ ਨਾ ਵੀ ਤੂੰ ਕੁਦਰਤ ਬਾਰੇ ਕੋਈ ਦਾਅਵਾ ਕਰ ਸਕਦਾ ਤੇ ਤੇਰੇ ਦਾਅਵੇ ਜਿਹੜੇ ਨੇ ਖੋਖਲੇ ਤੇ ਗਲਤ ਨੇ। ਸਾਹਿਬ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹਿ ਨਿਹਾਰਾ। ਸਤਿਗੁਰੂ ਨਾਨਾ ਦਾ ਮਤਲਬ ਹੁੰਦਾ ਬਹੁ ਪ੍ਰਕਾਰ ਦੇ ਰੂਪ, ਇਹ ਉਹਦਾ ਹੀ ਪਸਾਰ ਹੈ। ਇਹ ਅਨੇਕ ਰੂਪ ਵੀ ਉਹਦੇ ਨੇ, ਰੰਗ ਵੀ ਉਹਦੇ ਨੇ, ਪਰ ਮਹਾਰਾਜ ਕਹਿੰਦੇ ਹੋਏ ਇਹਨਾਂ ਸਾਰੀਆਂ ਚੀਜ਼ਾਂ ਦੀ ਟੁੱਟ ਭੱਜ ਤੋਂ ਪਰੇ ਰਹਿੰਦਾ। ਇਹਨੂੰ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਐਸੋ ਰਾਮ ਰਾਏ ਅੰਤਰ ਜਾਮੀ ਜੈਸੇ ਦਰਪਨ ਮਾਹੇ ਬਦਨ ਪ੍ਰਵਾਨੀ। ਦਰਪਨ ਸ਼ੀਸ਼ੇ ਨੂੰ ਕਹਿੰਦੇ। ਸ਼ੀਸ਼ੇ ਦੇ ਵਿੱਚ ਆਪਣਾ ਬਿੰਬ ਦਿਸਦਾ ਨਾ, ਸ਼ਕਲ ਦਿਸਦੀ ਹੈ। ਤੁਸੀਂ ਸ਼ੀਸ਼ੇ ਦੇ ਸਾਹਮਣੇ ਖੜੇ ਹੋ, ਸ਼ੀਸ਼ੇ 'ਚ ਹੂ ਬਹੂ ਤੁਹਾਡਾ ਚਿਹਰਾ, ਤੁਹਾਡੀ ਬੋਡੀ ਨਜ਼ਰ ਆ ਰਹੀ ਹੈ, ਪਰ ਸ਼ੀਸ਼ਾ ਤੁਹਾਨੂੰ ਕੈਦ ਕਰਕੇ ਥੋੜ੍ਹੀ ਰੱਖ ਸਕਦਾ। ਕੋਈ ਆਖੇ ਵੀ ਹੁਣ ਤੂੰ ਸ਼ੀਸ਼ੇ 'ਚ ਕੈਦ ਹੋ ਗਿਆ, ਨਹੀਂ। ਤੁਹਾਡੀ ਆਪਣੀ ਆਇਡੈਂਟੀਟੀ ਵੱਖਰੀ ਰਹਿੰਦੀ ਹੈ। ਸ਼ੀਸ਼ੇ 'ਚ ਉਹਦਾ ਕੇਵਲ ਝਲਕਾਰਾ ਦਿਸਦਾ। ਮਹਾਰਾਜ ਕਹਿੰਦੇ ਨੇ ਉਹ ਸੱਤਾ ਇਵੇਂ ਹੀ ਹੈ ਉਹ ਸਭਨਾਂ ਵਿੱਚ। ਇਵੇਂ ਹੈ ਵੀ ਜਿਵੇਂ ਸ਼ੀਸ਼ੇ 'ਚੋਂ ਵੇਖ ਰਿਹਾ ਹੋਵੇ, ਪਰ ਚੀਜ਼ ਵਿੱਚ ਉਹ ਹੈ। ਚੀਜ਼ ਟੁੱਟਦੀ ਹੈ ਤੇ ਉਹ ਮਰਦਾ ਨਹੀਂ। ਮੇਰੇ ਵਿੱਚ ਉਹ ਹੈ। ਮੈਂ ਜੰਮਿਆ ਸਾਂ ਤਾਂ ਮੇਰੇ ਨਾਲੋਂ ਜੰਮਿਆ ਨਹੀਂ ਸੀ। ਮੈਂ ਡਿੱਗਦਾ, ਉੱਠਦਾ, ਜਿਉਂਦਾ, ਮਰਦਾ, ਮੇਰੇ ਨਾਲੋਂ ਮਰੇਗਾ ਵੀ ਨਹੀਂ।
ਉਹ ਇਵੇਂ ਹੀ ਰਹੇਗਾ। ਐਸੋ ਰਾਮ ਰਾਏ ਅੰਤਰ ਜਾਮੀ, ਜੈਸੇ ਦਰਪਨ ਮਾਹੇ ਬਦਨ ਪ੍ਰਵਾਨੀ, ਬਸੈ ਘਟਾ ਘਟ ਲੀਪ ਨ ਛੀਪੈ ਬੰਧਨ ਮੁਕਤਾ, ਜਾਤ ਨ ਦੀਸੈ ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸੁਆਮੀ ਬੀਠਲ ਐਸਾ। ਪਾਣੀ 'ਚ ਤੁਸੀਂ ਮੂੰਹ ਵੇਖੋ ਨਾ ਤਾਂ ਤੁਹਾਡਾ ਚਿਹਰਾ ਗਿੱਲਾ ਨਹੀਂ ਹੁੰਦਾ, ਹਾਲਾਂਕਿ ਤੁਹਾਡੀ ਸ਼ਕਲ ਪਾਣੀ ਦੇ ਵਿੱਚੋਂ ਹੂਬਹੂ ਉਸੇ ਤਰ੍ਹਾਂ ਨਜ਼ਰ ਆਉਂਦੀ ਹੈ। ਇਹਨੂੰ ਕਿਹਾ ਜਾਂਦਾ ਹੈ ਵੀ ਨਿਰਲੇਪ, ਉਹਦਾ ਪ੍ਰਭਾਵ ਚੀਜ਼ ਵਸਤੂ ਦਾ ਤੁਹਾਡੇ ਉੱਤੇ ਨਹੀਂ ਪੈ ਰਿਹਾ। ਸੋ ਹਜ਼ੂਰ ਮਹਾਰਾਜ ਫਰਮਾਉਂਦੇ ਨੇ, ਸਭ ਤੇ ਰਹਿ ਨਿਆਰਾ ਅਗਨਤ। ਅਗਨਤ ਦਾ ਮਤਲਬ ਹੈ ਜਿਸ ਦੀ ਗਣਤ ਨਾ ਕੀਤੀ ਜਾ ਸਕੇ, ਕਾਊਂਟਲੈਸ ਹੈ, ਅਪਾਰ, ਜਿਸ ਦਾ ਕੋਈ ਇੱਕ ਸਿਰਾ, ਕੋਈ ਇੱਕ ਸਿਰਾ ਵੀ ਜਿਸ ਦਾ ਹੱਥ ਵਿੱਚ ਨਾ ਆਵੇ। ਅਲੱਖ, ਜਿਹੜਾ ਲਖਿਆ ਗਿਆਨ ਇੰਦਰੀਆਂ ਦੇ ਰਾਹੀਂ ਵੀ ਲਖਿਆ ਨਹੀਂ ਜਾ ਸਕਦਾ। ਨਿਰੰਜਨ, ਮਾਇਆ ਦੇ ਪ੍ਰਕਿਰਤਕ ਜੋ ਟੁੱਟ ਭੱਜ ਹੈ, ਇਹ ਸਾਰੇ ਰੂਪ ਰੰਗ ਆਕਾਰ ਦੀ ਇਹਦੇ ਤੋਂ ਪਰੇ ਰਹਿਣ ਵਾਲਾ। ਮੁਕਤ, ਜੇ ਸਭ ਜਗ ਭਰਮਾਇਓ। ਭਰਮਾਇਓ ਦਾ ਮਤਲਬ ਹੈ ਪ੍ਰੋਸੈਸ ਵਿੱਚ ਪਾਇਆ ਹੋਇਆ, ਜਿਸ ਨੇ ਸਾਰੀ ਇਹ ਜਗਤ ਰਚਨਾ ਨੂੰ ਇੱਕ ਗਰਦਸ਼ ਵਿੱਚ, ਸਫ਼ਰ ਵਿੱਚ, ਪ੍ਰੋਸੈਸ ਵਿੱਚ ਪਾਇਆ ਹੋਇਆ ਅਤੇ ਚੱਲ ਰਹੀ ਹੈ, ਹੁਕਮ ਦੇ ਨੇਮ ਵਿੱਚ ਬੱਧਾ ਹੋਇਆ ਹੈ, ਜਿਸ ਨੂੰ ਮਹਾਰਾਜ ਕਹਿੰਦੇ ਸਗਲ ਸਮਗਰੀ ਤੁਮਰੈ ਸੂਤਰਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੋ ਹਜ਼ੂਰ ਅਖੀਰ ਤੇ ਕਹਿੰਦੇ ਨੇ, ਸਗਲ ਭਰਮ ਤਜ ਨਾਨਕ ਪ੍ਰਾਣੀ। ਹੇ ਪ੍ਰਾਣੀ, ਹੇ ਮਨੁੱਖ, ਆਪਣੇ ਅੰਦਰ ਦੇ ਅੰਦੇਸ਼ੇ ਜਿਹੜੇ ਨੇ, ਭੁਲੇਖੇ ਜਿਹੜੇ ਨੇ, ਉਹ ਕੱਢ ਦੇ। ਉਹ ਭੁਲੇਖਿਆਂ ਦਾ ਮਹਾਰਾਜ ਨੇ ਉੱਤੇ ਜ਼ਿਕਰ ਕੀਤਾ ਵੀ ਹਰ ਕੀ ਗਤ ਨੈ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰ ਬਹੁ ਲੋਗ ਸਿਆਣੈ। ਹਜ਼ੂਰ ਕਹਿੰਦੇ ਨੇ ਆਪਣੇ ਭਰਮ ਜੀਵਨ ਵਿੱਚੋਂ ਕੱਢ, ਤੇ ਕਰਨਾ ਕੀ ਚਾਹੀਦਾ, ਚਰਨ ਤਾਹੇ ਚਿਤ ਲਾਇਓ। ਤਾਂ ਹੀ ਮਤਲਬ ਉਸ ਪਰਮੇਸ਼ਰ ਵਾਹਿਗੁਰੂ ਦੇ ਚਰਨ, ਭਾਵ ਉਹਦੀ ਯਾਦ, ਉਹਦੇ ਗੁਣਾਂ ਦਾ ਚਿੰਤਨ ਕਰ, ਉਹਦੇ ਹੋਣ ਦਾ ਅਹਿਸਾਸ ਕਰ, ਤਾਂ ਕਿ ਜ਼ਿੰਦਗੀ ਜਿਹੜੀ ਹੈ ਉਹ ਮਾਨਸਿਕ ਔਰ ਆਤਮਿਕ ਉਲਝਣਾਂ ਤੋਂ ਰਹਿਤ ਹੋ ਕੇ ਆਨੰਦਿਤ ਜ਼ਿੰਦਗੀ ਹੋਵੇ, ਦੁੱਖ ਸੁੱਖ ਤੋਂ ਨਿਰਲੇਪ ਜੀਵਨ ਹੋਵੇ, ਉਸਤਤ ਨਿੰਦਾ ਤੋਂ ਅਭਿੱਜ ਜ਼ਿੰਦਗੀ ਹੋਵੇ। ਸਾਹਿਬ ਸਤਿਗੁਰੂ ਰਹਿਮਤ ਕਰਨ, ਇਹ ਮੁਬਾਰਕ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਆਧਾਰ ਤੇ ਹਿੱਸਾ ਬਣੇ। ਸਤਿਗੁਰੂ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।